10-15 ਸਾਲ ਪਹਿਲਾਂ ਦੀ ਗੱਲ ਕਰਾਂ ਨਾ ਤਾਂ ਉਸ ਟਾਈਮ ਤੇ ਸਾਡੀ ਆਲਮੋਸਟ 90-95% ਇਕਨੋਮੀ ਕੈਸ਼ ਇਕਨੋਮੀ ਸੀ। ਆਲਮੋਸਟ ਸਾਰੀਆਂ ਟ੍ਰਾਂਜੈਕਸ਼ਨ ਕੈਸ਼ ਦੇ ਵਿੱਚ ਹੁੰਦਾ ਸੀ, ਬਟ ਹੁਣ UPI ਦੇ ਆਉਣ ਤੋਂ ਬਾਅਦ ਇਹ ਸਾਰਾ ਕੁਝ ਹੌਲੀ-ਹੌਲੀ ਬਦਲ ਰਿਹਾ। ਪਿਛਲੇ 4-5 ਸਾਲਾਂ 'ਚ ਇਹ ਕੈਸ਼ ਦਾ ਕੰਪੋਨੈਂਟ 95% ਤੋਂ ਘਟ ਕੇ 70% ਤੇ ਆ ਚੁੱਕਿਆ ਤੇ ਅਗਰ ਸਰਕਾਰ ਦਾ ਬਸ ਚੱਲੇ ਤਾਂ ਆਉਣ ਵਾਲੇ 5 ਸਾਲਾਂ ਦੇ ਵਿੱਚ ਉਹ ਇਹਨੂੰ ਘਟਾ ਕੇ 30 ਤੋਂ 40% ਤੇ ਲੈ ਆਏਗੀ। ਹੁਣ ਇਹ ਸਾਰਾ ਕੁਝ ਇਸ ਲਈ ਹੋ ਰਿਹਾ ਕਿਉਂਕਿ ਕੈਸ਼ ਟ੍ਰਾਂਜੈਕਸ਼ਨ ਦੇ ਵਿੱਚ ਨਾ ਬੜੀਆਂ ਪ੍ਰੋਬਲਮਸ ਹੁੰਦੀਆਂ ਨੇ। ਇੱਕ ਤਾਂ ਕੈਸ਼ ਨੂੰ ਬਣਾਉਣਾ ਤੇ ਸਰਕੂਲੇਟ ਕਰਨਾ ਬੜਾ ਮਹਿੰਗਾ ਪੈਂਦਾ, ਉੱਤੋਂ ਕੈਸ਼ ਦੇ ਵਿੱਚ ਕਰਪਸ਼ਨ ਦੇ ਚਾਂਸਸ ਵੀ ਹਾਈ ਰਹਿੰਦੇ ਤੇ ਨਾਲ ਦੀ ਨਾਲ ਕੈਸ਼ ਨੂੰ ਟਰੈਕ ਕਰਨਾ ਵੀ ਬਹੁਤ ਔਖਾ ਹੁੰਦਾ। ਇਸੇ ਲਈ ਪਿਛਲੇ 2-3 ਸਾਲਾਂ ਤੋਂ ਸਾਡੀ ਸਰਕਾਰ ਨੇ ਇੱਕ ਲਿਮਿਟ ਤੋਂ ਵੱਧ ਕੈਸ਼ ਟ੍ਰਾਂਜੈਕਸ਼ਨ ਕਰਨ ਤੇ ਨਾ ਫਾਈਨ ਲਾਉਣਾ ਸ਼ੁਰੂ ਕਰਤਾ। ਕੁਝ ਕੇਸਿਸ ਇਦਾਂ ਦੇ ਆ ਜਿਨ੍ਹਾਂ 'ਚ ਫਾਈਨ ਲੱਗਦਾ ਤੇ ਕੁਝ ਕੇਸਿਸ ਇਦਾਂ ਦੇ ਆ ਜਿਨ੍ਹਾਂ 'ਚ ਸਿੱਧਾ ਇਨਕਮ ਟੈਕਸ ਦਾ ਹੀ ਨੋਟਿਸ ਆ ਜਾਂਦਾ। ਤੇ ਸਿਰਫ ਕੈਸ਼ ਹੀ ਨਹੀਂ, ਡਿਜੀਟਲ ਟ੍ਰਾਂਜੈਕਸ਼ਨ ਤੇ ਵੀ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਆ ਸਕਦਾ, ਜਿਵੇਂ ਕਿ UPI, ਕ੍ਰੈਡਿਟ ਕਾਰਡ ਵਗੈਰਾ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਇਦਾਂ ਦੇ ਹੀ ਕੇਸਿਸ ਦੇਖਾਂਗੇ ਤੇ ਸਮਝਾਂਗੇ ਕਿ ਕਿਵੇਂ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਆ ਸਕਦਾ। ਤਾਂ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਕੈਸ਼ ਟ੍ਰਾਂਜੈਕਸ਼ਨ। ਇਹਦੇ ਵਿੱਚ ਦੋ ਕੇਸਿਸ ਆ ਜਾਂਦੇ ਆ ਕਿ ਕੈਸ਼ ਦੀ ਟ੍ਰਾਂਜੈਕਸ਼ਨ ਤੁਹਾਡੇ ਸੇਵਿੰਗ ਅਕਾਊਂਟ 'ਚ ਹੋਈ ਹੈ ਜਾਂ ਫਿਰ ਤੁਹਾਡੇ ਕਰੰਟ ਅਕਾਊਂਟ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਆਪਾਂ ਸੇਵਿੰਗ ਅਕਾਊਂਟ ਬਾਰੇ ਦੇਖ ਲੈਂਦੇ ਹਾਂ। ਸੇਵਿੰਗ ਅਕਾਊਂਟ ਤੇ ਦੋਨੋਂ ਕੈਸ਼ ਡਿਪੋਜ਼ਿਟ ਤੇ ਵਿਡਰਾਅ ਦੀ ਲਿਮਿਟ 10 ਲੱਖ ਰੁਪਏ ਹੈ ਤੇ ਇਹ ਲਿਮਿਟ 1 ਸਾਲ ਦੀ ਹੈ, ਯਾਨੀ ਕਿ 1 ਸਾਲ ਦੇ ਵਿੱਚ ਤੁਸੀਂ ਮੈਕਸਿਮਮ 10 ਲੱਖ ਰੁਪਏ ਡਿਪੋਜ਼ਿਟ ਜਾਂ ਫਿਰ ਵਿਡਰਾਅ ਕਰਵਾ ਸਕਦੇ ਹੋ। ਹੁਣ ਇੱਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ 1 ਸਾਲ ਦੇ ਵਿੱਚ ਤੁਸੀਂ ਇਸ 10 ਲੱਖ ਤੋਂ ਵੱਧ ਵੀ ਟ੍ਰਾਂਜੈਕਸ਼ਨ ਕਰ ਸਕਦੇ ਹੋ ਆਪਣੇ ਸੇਵਿੰਗ ਅਕਾਊਂਟ 'ਚ, ਕੋਈ ਦਿੱਕਤ ਨਹੀਂ ਹੈ। ਬਟ ਮੇਨ ਚੀਜ਼ ਕੀ ਹੈ ਕਿ ਉਹਨਾਂ ਟ੍ਰਾਂਜੈਕਸ਼ਨ ਦੇ ਤੁਹਾਡੇ ਕੋਲੇ ਪ੍ਰੋਪਰ ਪ੍ਰੂਫ ਹੋਣੇ ਚਾਹੀਦੇ ਆ। ਜੇਕਰ ਬਿਨਾਂ ਪ੍ਰੂਫ ਦੇ ਟ੍ਰਾਂਜੈਕਸ਼ਨ ਕਰਦੇ ਹੋ ਤੇ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਆ ਗਿਆ ਤਾਂ ਉਹਦੇ ਤੇ ਪੈਨਲਟੀ ਲੱਗੇਗੀ। ਹੁਣ ਉਹ ਪੈਨਲਟੀ ਕਿੰਨੀ ਲੱਗੇਗੀ ਇਹ ਤੁਹਾਨੂੰ ਥੋੜੀ ਦੇਰ ਬਾਅਦ ਦੱਸਦੇ ਹਾਂ। ਚਲੋ ਮੰਨ ਲੈਂਦੇ ਕਿ ਤੁਹਾਡੀ ਟ੍ਰਾਂਜੈਕਸ਼ਨ ਜੈਨੂਇਨ ਹੈ ਤੇ ਤੁਹਾਡੇ ਕੋਲੇ ਉਹਦੇ ਸਾਰੇ ਪ੍ਰੂਫ ਵੀ ਹੈ, ਬਟ ਫਿਰ ਵੀ ਤੁਹਾਨੂੰ ਕੈਸ਼ ਵਿਡਰਾਅਲ ਕਰਵਾਉਣਾ ਪੈ ਰਿਹਾ ਹੈ ਤਾਂ ਇਹਦੇ ਤੇ ਸਰਕਾਰ ਤੁਹਾਨੂੰ ਅਲੱਗ ਤੋਂ TDS ਲਾਏਗੀ। ਹੁਣ ਸਰਕਾਰ ਤੁਹਾਨੂੰ ਕਿੰਨਾ TDS ਲਾਏਗੀ ਇਹ ਡਿਪੈਂਡ ਕਰਦਾ ਕਿ ਤੁਸੀਂ ਆਪਣੀ ITR ਟਾਈਮਲੀ ਭਰਦੇ ਹੋ ਜਾਂ ਨਹੀਂ। ਇਹਨੂੰ ਵੀ ਥੋੜੇ ਚੰਗੇ ਤਰੀਕੇ ਨਾਲ ਸਮਝ ਲੈਂਦੇ। ਮੰਨ ਲਓ ਕਿ ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਪ੍ਰੋਪਰਲੀ ਫਾਈਲ ਕਰਦੇ ਹੋ ਤੇ ਤੁਸੀਂ 1 ਸਾਲ ਦੇ ਵਿੱਚ ਆਪਣੇ ਅਕਾਊਂਟ ਤੋਂ 1 ਕਰੋੜ 10 ਲੱਖ ਰੁਪਏ ਦਾ ਕੈਸ਼ ਵਿਡਰਾਅ ਕਰਵਾਉਣਾ ਹੈ ਤਾਂ ਇੱਥੇ ਤੁਹਾਨੂੰ ਸਿਰਫ ਉਨੀ ਹੀ ਅਮਾਉਂਟ ਤੇ 2% TDS ਲੱਗੇਗਾ ਜੋ 1 ਕਰੋੜ ਤੋਂ ਵੱਧ ਹੈ, ਯਾਨੀ ਕਿ 10 ਲੱਖ ਰੁਪਏ। ਤਾਂ 10 ਲੱਖ ਦਾ 2% TDS ਯਾਨੀ ਕਿ 20,000 ਰੁਪਏ ਲੱਗੇਗਾ। ਪਰ ਜੇਕਰ ਤੁਸੀਂ ਆਪਣੀ ITR ਟਾਈਮਲੀ ਨਹੀਂ ਫਾਈਲ ਕਰਦੇ ਤਾਂ ਤੁਹਾਨੂੰ ਕਾਫੀ ਜ਼ਿਆਦਾ TDS ਪੇ ਕਰਨਾ ਪੈ ਸਕਦਾ ਹੈ। ਮੰਨ ਲਓ ਕਿ ਤੁਸੀਂ ਆਪਣੇ ਅਕਾਊਂਟ ਚੋਂ 1 ਕਰੋੜ 10 ਲੱਖ ਰੁਪਏ ਵਿਡਰਾਅ ਕਰਵਾਉਣੇ ਹੋ 1 ਸਾਲ ਦੇ ਵਿੱਚ, ਤਾਂ ਇੱਥੇ ਤੁਹਾਨੂੰ 20 ਲੱਖ ਤੋਂ ਲੈ ਕੇ 1 ਕਰੋੜ ਯਾਨੀ ਕਿ 80 ਲੱਖ ਰੁਪਏ ਤੇ 2% TDS ਲੱਗੇਗਾ, ਜੋ ਕਿ 1,60,000 ਰੁਪਏ ਦੇ ਕਰੀਬ ਬਣਦਾ ਹੈ। ਤੇ 1 ਕਰੋੜ ਤੋਂ ਉੱਪਰ ਜਿੰਨੀ ਵੀ ਅਮਾਉਂਟ ਹੋਏਗੀ ਜੋ ਕਿ 10 ਲੱਖ ਰੁਪਏ ਹੈ ਉਹਦੇ ਤੇ ਸਿੱਧਾ 5% TDS ਲੱਗੇਗਾ, ਜੋ ਕਿ 50,000 ਰੁਪਏ ਬਣ ਗਿਆ, ਯਾਨੀ ਕਿ ਟੋਟਲ 2,10,000 ਰੁਪਏ ਦਾ TDS ਦੇਣਾ ਪਏਗਾ। ਤੇ ਜੇਕਰ ITR ਪ੍ਰੋਪਰਲੀ ਫਾਈਲ ਕਰਦੇ ਹੁੰਦੇ ਤਾਂ ਸਿਰਫ 20,000 ਰੁਪਏ ਦੇਣੇ ਪੈਣੇ ਸੀ। ਹੁਣ ਕਾਫੀ ਸਾਰੇ ਲੋਕ ਸੋਚ ਰਹੇ ਹੋਣਗੇ ਕਿ ਯਾਰ 10 ਲੱਖ ਤੋਂ ਵੱਧ ਦੀ ਟ੍ਰਾਂਜੈਕਸ਼ਨ ਕਰਨੀ ਕਿਉਂ ਮੈਂ ਵਾਧੂ ਦੇ ਪੰਗਿਆਂ 'ਚ ਪੈਣਾ। ਤਾਂ ਤੁਹਾਨੂੰ ਇਹ ਸੁਣ ਕੇ ਕਾਫੀ ਦੁੱਖ ਹੋਏਗਾ ਕਿ ਇਹ ਜਿਹੜੀ 10 ਲੱਖ ਦੀ ਲਿਮਿਟ ਹੈ ਨਾ, ਇਹਦੇ ਤੇ ਵੀ ਸਰਕਾਰ ਨੇ ਕਾਫੀ ਰਿਸਟ੍ਰਿਕਸ਼ਨਸ ਲਾਈਆਂ ਹੋਈਆਂ ਨੇ। ਤਾਂ ਹੁਣ ਇਹ ਵੀ ਦੇਖ ਲੈਣੇ ਕਿ ਰਿਸਟ੍ਰਿਕਸ਼ਨਸ ਕਿਹੜੀਆਂ-ਕਿਹੜੀਆਂ ਨੇ। ਪਹਿਲੀ ਰਿਸਟ੍ਰਿਕਸ਼ਨ ਤਾਂ ਇਹੀ ਹੈ ਕਿ ਤੁਸੀਂ ਕੋਈ ਵੀ ਕੈਸ਼ ਟ੍ਰਾਂਜੈਕਸ਼ਨ 2 ਲੱਖ ਤੋਂ ਵੱਧ ਦੇ ਅਮਾਉਂਟ ਦੀ ਨਹੀਂ ਕਰ ਸਕਦੇ ਤੇ ਜੇਕਰ ਕਰਦੇ ਹੋ ਤਾਂ ਤੁਹਾਡੇ ਕੋਲ ਪ੍ਰੋਪਰ ਪ੍ਰੂਫ ਹੋਣੇ ਚਾਹੀਦੇ। ਤੇ ਇੱਥੇ ਇੱਕ ਚੀਜ਼ ਹੋਰ ਹੈ ਕਿ ਕੋਈ ਵੀ ਰੀਅਲ ਐਸਟੇਟ ਕੈਸ਼ ਟ੍ਰਾਂਜੈਕਸ਼ਨ ਤੁਸੀਂ 20,000 ਤੋਂ ਵੱਧ ਦੇ ਅਮਾਉਂਟ ਦੀ ਨਹੀਂ ਕਰ ਸਕਦੇ। ਹੁਣ ਇਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਵੀ ਰੀਅਲ ਐਸਟੇਟ ਦੇ ਵਿੱਚ ਕਿੰਨੀ ਬਲੈਕ ਮਨੀ ਚੱਲਦੀ ਹੈ। ਕੋਈ ਗਿਣਿਆ ਚੁਣਿਆ ਬੰਦਾ ਹੀ ਹੋਊਗਾ ਜਿਹੜਾ ਆਪਣੀ ਪ੍ਰਾਪਰਟੀ ਦਾ ਅਸਲੀ ਰੇਟ ਦੱਸ ਕੇ ਰਜਿਸਟਰੀ ਕਰਾਉਂਦਾ, ਨਹੀਂ ਤਾਂ ਹਮੇਸ਼ਾ ਹੀ ਅਸਲੀ ਰੇਟ ਦਾ 50-60% ਦੱਸ ਕੇ ਰਜਿਸਟਰੀ ਕਰਾਈ ਜਾਂਦੀ ਹੈ ਤਾਂ ਕਿ ਟੈਕਸ ਨਾ ਦੇਣਾ ਪਵੇ। ਤੇ ਇਹਨਾਂ ਚੀਜ਼ਾਂ ਦੇ ਚੱਲਦੇ ਹੋਈ ਸਰਕਾਰ ਨੇ ਇਹ 20,000 ਦੀ ਲਿਮਟ ਲਾਈ। ਇਸ ਤੋਂ ਇਲਾਵਾ ਸਰਕਾਰ ਨੇ 2 ਰਿਸਟ੍ਰਿਕਸ਼ਨਸ ਹੋਰ ਲਾਈਆਂ ਨੇ। ਜੇਕਰ ਤੁਸੀਂ ਆਪਣੀ ਹੈਲਥ ਇੰਸ਼ੋਰੈਂਸ ਦਾ ਪ੍ਰੀਮੀਅਮ ਕੈਸ਼ ਦੇ ਵਿੱਚ ਭਰਦੇ ਹੋ ਤਾਂ ਤੁਸੀਂ ਉਹਦਾ ਟੈਕਸ ਬੈਨੀਫਿਟ ਨਹੀਂ ਲੈ ਸਕਦੇ, ਯਾਨੀ ਕਿ ਸਿੱਧਾ 20-30% ਦਾ ਨੁਕਸਾਨ। ਤੇ ਲਾਸਟ ਰਿਸਟ੍ਰਿਕਸ਼ਨ ਹੈ ਡੋਨੇਸ਼ਨ, ਜਿੱਥੇ ਸਾਨੂੰ ਪਤਾ ਹੈ ਕਿ ਕਾਫੀ ਬਲੈਕ ਮਨੀ ਚੱਲਦੀ ਹੈ। ਡੋਨੇਸ਼ਨ ਦੇ ਵਿੱਚ ਵੀ ਜੇਕਰ ਤੁਸੀਂ 2,000 ਤੋਂ ਵੱਧ ਕੈਸ਼ ਦਿਓਗੇ ਤਾਂ ਟੈਕਸ ਡਿਡਕਸ਼ਨ ਨਹੀਂ ਲੈ ਸਕਦੇ। ਹੁਣ ਇਹ ਸਾਰੀਆਂ ਗੱਲਾਂ ਤਾਂ ਹੋ ਗਈਆਂ ਸੇਵਿੰਗ ਅਕਾਊਂਟ ਨੂੰ ਲੈ ਕੇ, ਬਟ ਕੀ ਹੋਏਗਾ ਜੇਕਰ ਤੁਹਾਡਾ ਇੱਕ ਬਿਜ਼ਨਸ ਹੈ ਤਾਂ ਤੁਸੀਂ ਇੱਕ ਕਰੰਟ ਅਕਾਊਂਟ ਯੂਜ਼ ਕਰਦੇ ਹੋ, ਉਹਦੇ ਤੇ ਕਿਹੜੀਆਂ ਲਿਮਿਟਸ ਨੇ ਉਹ ਵੀ ਦੇਖ ਲੈਂਦੇ ਹਾਂ। ਕਰੰਟ ਅਕਾਊਂਟ ਦੇ ਕੇਸ ਦੇ ਵਿੱਚ ਤੁਸੀਂ 1 ਸਾਲ ਦੇ ਵਿੱਚ 50 ਲੱਖ ਤੱਕ ਡਿਪੋਜ਼ਿਟ ਜਾਂ ਫਿਰ ਵਿਡਰਾਅ ਕਰ ਸਕਦੇ ਹੋ। ਜੇਕਰ ਤੁਹਾਨੂੰ ਯਾਦ ਹੋਏਗਾ ਕਿ ਸੇਵਿੰਗ ਅਕਾਊਂਟ ਦੇ ਵਿੱਚ ਇਹੀ ਲਿਮਿਟ 10 ਲੱਖ ਦੀ ਸੀ, ਪਰ ਜੇਕਰ ਦੇਖਿਆ ਜਾਵੇ ਤਾਂ ਬਿਜ਼ਨਸ ਦੇ ਵਿੱਚ ਤਾਂ ਹਰ ਰੋਜ਼ ਹੀ ਕੈਸ਼ ਦਾ ਲੈਣ ਦੇਣ ਚੱਲਦਾ ਰਹਿੰਦਾ, ਤਾਂ ਸਰਕਾਰ ਨੇ ਇਹਦੇ ਤੇ ਵੀ ਲਿਮਿਟ ਕਿਉਂ ਲਾਈ ਹੈ? ਬਟ ਸਰਕਾਰ ਦੇ ਅਕੋਰਡਿੰਗ ਜੇਕਰ ਤੁਸੀਂ ਇੱਕ ਦਿਨ ਦੇ ਵਿੱਚ 10,000 ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਕਰਦੇ ਹੋ ਤਾਂ ਇਹਦਾ ਖਰਚਾ ਤੁਹਾਨੂੰ ਆਪਣੀ ਟੈਕਸੇਬਲ ਇਨਕਮ ਦੇ ਵਿੱਚੋਂ ਡਿਡਕਟ ਕਰਨਾ ਅਲਾਉਡ ਨਹੀਂ ਹੈ। ਹੁਣ ਜੇਕਰ ਤੁਸੀਂ ਆਪਣੀ ਟੈਕਸੇਬਲ ਇਨਕਮ ਦੇ ਵਿੱਚੋਂ ਡਿਡਕਟ ਨਹੀਂ ਕਰ ਪਾਓਗੇ ਤਾਂ ਤੁਹਾਡੇ ਪ੍ਰੋਫਿਟ ਸਾਹਮਣੇ ਆਉਣਗੇ ਤੇ ਜੇਕਰ ਪ੍ਰੋਫਿਟ ਸਾਹਮਣੇ ਆ ਗਏ ਫਿਰ ਤਾਂ ਹੋਰ ਟੈਕਸ ਭਰਨਾ ਪਏਗਾ। ਇੱਥੇ ਮੈਂ ਤੁਹਾਨੂੰ ਦੁਬਾਰਾ ਇੱਕ ਚੀਜ਼ ਰਿਮਾਈਂਡ ਕਰਵਾ ਦਾਂ ਕਿ ਇਹ ਸਾਰੀਆਂ ਲਿਮਿਟਸ ਕੈਸ਼ ਟ੍ਰਾਂਜੈਕਸ਼ਨ ਤੇ ਹੈ, ਨਾਨ ਕੈਸ਼ ਟ੍ਰਾਂਜੈਕਸ਼ਨ ਤੇ ਇਦਾਂ ਦੀ ਕੋਈ ਲਿਮਿਟ ਨਹੀਂ ਹੈ। ਇਦਾਂ ਤਾਂ ਤੁਹਾਡੇ ਸੇਵਿੰਗ ਅਕਾਊਂਟ ਦੇ ਵਿੱਚ ਕਿੰਨਾ ਵੀ ਬੈਲੈਂਸ ਹੋ ਸਕਦਾ, 2 ਕਰੋੜ 5 ਕਰੋੜ 10 ਕਰੋੜ, ਸਰਕਾਰ ਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਹੁਣ ਇਹ ਵੀ ਦੇਖ ਲੈਂਦੇ ਆ ਕਿ ਜੇਕਰ ਤੁਸੀਂ ਆਪਣੇ ਕ੍ਰੈਡਿਟ ਕਾਰਡ ਦਾ ਬਿੱਲ ਕੈਸ਼ ਦੇ ਵਿੱਚ ਭਰਦੇ ਹੋ ਤਾਂ ਉਹਦੇ ਤੇ ਕੀ ਰਿਸਟ੍ਰਿਕਸ਼ਨਸ ਨੇ। ਜੇਕਰ ਤੁਹਾਡਾ ਕ੍ਰੈਡਿਟ ਕਾਰਡ ਦਾ ਬਿੱਲ 1 ਲੱਖ ਤੋਂ ਵੱਧ ਹੈ ਤੇ ਤੁਸੀਂ ਕੈਸ਼ ਦੇ ਵਿੱਚ ਬਿੱਲ ਪੇਮੈਂਟ ਕਰਦੇ ਹੋ ਤਾਂ ਬੈਂਕ ਇਹ ਇਨਫੋਰਮੇਸ਼ਨ ਸਿੱਧਾ ਇਨਕਮ ਟੈਕਸ ਡਿਪਾਰਟਮੈਂਟ ਨੂੰ ਇਨਫੋਰਮ ਕਰੇਗਾ। ਤੇ ਜੇਕਰ ਤੁਹਾਡਾ ਕ੍ਰੈਡਿਟ ਕਾਰਡ ਦਾ ਬਿੱਲ 1 ਸਾਲ ਦੇ ਵਿੱਚ 10 ਲੱਖ ਤੋਂ ਵੱਧ ਆਉਂਦਾ ਹੈ ਤਾਂ ਤੁਹਾਡੀ ਇਹ ਇਨਫੋਰਮੇਸ਼ਨ ਇਨਕਮ ਟੈਕਸ ਡਿਪਾਰਟਮੈਂਟ ਕੋਲ ਜਾਏਗੀ ਹੀ ਜਾਏਗੀ, ਫਿਰ ਚਾਹੇ ਕੈਸ਼ ਪੇ ਕਰੋ ਜਾਂ ਆਨਲਾਈਨ ਕਰੋ, ਜਿਵੇਂ ਮਰਜ਼ੀ। ਤੇ ਜੇਕਰ ਤੁਸੀਂ ਕਿਸੇ ਮਿਊਚੁਅਲ ਫੰਡ, ਸਟਾਕ ਜਾਂ ਫਿਰ FD ਦੇ ਵਿੱਚ ਵੀ ਕੈਸ਼ ਇਨਵੈਸਟ ਕਰਦੇ ਹੋ ਤਾਂ ਉਹਦੀ ਵੀ ਲਿਮਿਟ 1 ਸਾਲ ਦੇ ਵਿੱਚ 10 ਲੱਖ ਹੀ ਹੈ। ਇਨਫੈਕਟ FD ਦੇ ਵਿੱਚ ਤਾਂ ਜੇਕਰ ਤੁਸੀਂ 1 ਸਾਲ ਦੇ ਵਿੱਚ ਇੱਕ ਅਮਾਉਂਟ ਤੋਂ ਵੱਧ ਵਿਆਜ ਕਮਾਉਂਦੇ ਹੋ ਤਾਂ ਉਹਦੇ ਤੇ ਵੀ ਟੈਕਸ ਕੱਟੇਗਾ।
ਜੇਕਰ ਤੁਸੀਂ FD ਦੇ ਵਿੱਚ 1 ਸਾਲ ਦੇ ਵਿੱਚ 40,000 ਤੋਂ ਵੱਧ ਵਿਆਜ ਕਮਾਉਂਦੇ ਹੋ ਤਾਂ ਬੈਂਕ ਸਿੱਧਾ 10% TDS ਕੱਟ ਲੇਗਾ। ਸੀਨੀਅਰ ਸਿਟੀਜ਼ਨ ਦੇ ਕੇਸ ਦੇ ਵਿੱਚ ਇਹ ਲਿਮਿਟ 50,000 ਰੁਪਏ ਹੈ। ਹੁਣ ਇੱਕ ਵਾਰ ਇਹ ਵੀ ਦੇਖ ਲੈਂਦੇ ਹਾਂ ਡਿਜੀਟਲ ਟ੍ਰਾਂਜੈਕਸ਼ਨ ਜਿਵੇਂ ਕਿ UPI ਵਗੈਰਾ ਇਹਦੇ ਤੇ ਕਿਹੜੀਆਂ ਲਿਮਿਟਸ ਨੇ ਤਾਂ ਕਿ ਤੁਹਾਨੂੰ ਕੋਈ ਇਨਕਮ ਟੈਕਸ ਦਾ ਨੋਟਿਸ ਨਾ ਆਵੇ। UPI ਦੇ ਵਿੱਚ ਜੇਕਰ ਤੁਹਾਡੇ ਕੋਲ ਬਿਜ਼ਨਸ ਅਕਾਊਂਟ ਨਹੀਂ ਹੈ ਤਾਂ ਤੁਹਾਡੀ ਡੇਲੀ ਲਿਮਿਟ 10,000 ਰੁਪਏ ਹੈ, ਪੈਸੇ ਭੇਜਣ ਦੀ ਵੀ ਤੇ ਪੈਸੇ ਰਿਸੀਵ ਕਰਨ ਦੀ ਵੀ। ਜੇਕਰ ਇਸ ਤੋਂ ਵੱਧ ਅਮਾਉਂਟ ਸੈਂਡ ਜਾਂ ਰਿਸੀਵ ਕਰਦੇ ਹੋ ਤਾਂ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਆਉਣ ਦੇ ਚਾਂਸਸ ਹੈਗੇ ਆ। ਤੇ ਜੇਕਰ ਜ਼ਿਆਦਾ ਅਮਾਉਂਟ ਕਰਨਾ ਹੀ ਆ ਤਾਂ ਬੈਟਰ ਹੈ ਕਿ ਤੁਸੀਂ ਕੋਈ ਇੱਕ ਪ੍ਰੋਪਰ ਬਿਜ਼ਨਸ ਅਕਾਊਂਟ ਹੀ ਲੈ ਲਓ। ਹੁਣ ਕਾਫੀ ਲੋਕ ਸੋਚਦੇ ਆ ਕਿ ਯਾਰ ਭਾਰਤ ਦੇ ਵਿੱਚ ਇੰਨੀ ਜਨਤਾ ਹੈ, ਇਨਕਮ ਟੈਕਸ ਵਾਲਿਆਂ ਕੋਲ ਇੰਨਾ ਟਾਈਮ ਕਿੱਥੇ ਕਿ ਉਹ ਮੇਰੀਆਂ ਟ੍ਰਾਂਜੈਕਸ਼ਨ ਤੇ ਨਜ਼ਰ ਰੱਖਣ। ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਕੱਲ੍ਹ ਇਹ ਸਾਰਾ ਕੁਝ ਨਾ ਆਟੋਮੇਟਡ ਹੈ। ਕੋਈ ਵੀ ਆਫਿਸਰ ਮੈਨੂਅਲੀ ਜਾ ਕੇ ਤੁਹਾਡੀ ਫਾਈਲ ਚੈੱਕ ਨਹੀਂ ਕਰਦਾ, ਉਹਨਾਂ ਦੇ ਸਿਸਟਮ ਦੇ ਵਿੱਚ ਆਟੋਮੈਟਿਕਲੀ ਹਾਈਲਾਈਟ ਹੋ ਜਾਂਦਾ। ਤੇ ਜੇਕਰ ਤੁਸੀਂ ਕੋਈ ਇੱਕ ਵਾਰ ਗੜਬੜ ਕਰਦੇ ਹੋ ਤਾਂ ਇਹ ਡਾਟਾ 8 ਸਾਲ ਤੱਕ ਉਹਨਾਂ ਦੇ ਸਿਸਟਮ ਦੇ ਵਿੱਚ ਰਹਿੰਦਾ ਹੈ, ਯਾਨੀ ਕਿ 7-8 ਸਾਲ ਬਾਅਦ ਵੀ ਤੁਹਾਨੂੰ ਇਨਕਮ ਟੈਕਸ ਦਾ ਨੋਟਿਸ ਆ ਸਕਦਾ ਹੈ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਸਰਕਾਰ ਨੇ ਕਾਫੀ ਸਾਰੀਆਂ ਲਿਮਿਟਸ ਤੇ ਚੈੱਕਸ ਲਗਾਏ ਆ ਤੁਹਾਡੀਆਂ ਟ੍ਰਾਂਜੈਕਸ਼ਨ ਨੂੰ ਮੋਨੀਟਰ ਕਰਨ ਲਈ। ਤੇ ਤੁਹਾਡੇ ਲਈ ਬੈਟਰ ਇਹੀ ਹੋਏਗਾ ਕਿ ਜੇਕਰ ਇਨਕਮ ਟੈਕਸ ਦੀ ਚਪੇਟ 'ਚ ਨਹੀਂ ਆਉਣਾ ਤਾਂ ਇਹਨਾਂ ਲਿਮਿਟਸ ਨੂੰ ਪ੍ਰੋਪਰਲੀ ਫੋਲੋ ਕਰੋ। ਬਾਕੀ ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕੀਪ